ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਦਾ ਤੀਜਾ ਭਾਗ। ਅਸੀਂ ਚੰਡੀਗੜ੍ਹ ਚਲੇ ਗਏ ਤੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਇੱਕ ਬੰਗਲੇ ਵਿੱਚ ਰਹਿਣ ਲੱਗੇ ਜੋ ਓਪਨ ਏਅਰ ਥੀਏਟਰ ਦੇ ਪਿਛਵਾੜੇ ਸੀ। ਇਹ ਓਪਨ ਏਅਰ ਥੀਏਟਰ ਮੋਟੇ ਪੱਥਰਾਂ ਦਾ ਬਣਿਆ ਇੱਕ ਨਿੱਕਾ ਜਿਹਾ ਕਿਲਾ ਸੀ, ਭੂਤੀਆ ਮਹਿਲ ਜੋ ਸਾਰਾ ਸਾਲ ਸੁੰਨਾ ਪਿਆ ਰਹਿੰਦਾ। ਬਸ ਜਦੋਂ ਕੋਈ ਵੱਡਾ ਆਦਮੀ ਮਰ ਜਾਂਦਾ ਤਾਂ ਇਸ ਥੀਏਟਰ ਵਿੱਚ ਮਾਤਮੀ ਸਮਾਰੋਹ ਹੁੰਦਾ, ਕਿਉਂ ਜੋ ਇਸ ਦੀ ਪੱਥਰ ਦੀਆਂ ਵੱਡੀਆਂ ਪੌੜੀਆਂ ਤੇ ਵਿਸ਼ਾਲ ਘੇਰੇ ਵਿੱਚ 2000 ਆਦਮੀ ਜੁੜ ਬੈਠਦੇ। ਇਸ ਥੀਏਟਰ ਵਿੱਚ ਕੋਈ ਨਾਟਕ ਘੱਟ ਹੀ ਹੋਇਆ ਸੀ। ਇਸ ਦੇ ਦੋਵੇਂ ਬਜੰਗ ਬੰਦ ਸਨ। ਅੰਦਰ ਚਮਗਾਦੜਾਂ ਤੇ ਕਬੂਤਰਾਂ ਦੀ ਬੂ ਸੀ ਤੇ ਖੌਫਨਾਕ ਚੁੱਪ। ਮੈਂ ਇਸ ਦੀ ਬੰਦ ਪਥਰੀਲੀ ਕੰਧ ਦੇ ਇੱਕ ਪਾਸੇ ਮੋਟੇ ਲੱਕੜ ਦਾ ਇੱਕ ਮਹਿਰਾਬੀ ਬੂਹਾ ਲਗਵਾ ਦਿੱਤਾ ਜੋ ਕਿਸੇ ਗੁਫਾ ਦੇ ਮੂੰਹ ਵਾਂਗ ਜਾਪਦਾ ਸੀ। ਥੀਏਟਰ ਦੇ ਅੰਦਰ ਨਵਾਂ ਰੰਗ ਰੋਗਨ ਕਰਵਾ ਕੇ ਬਿਜਲੀ ਦੇ ਤੇਜ਼ ਲੈਂਪ ਲਗਵਾ ਕੇ ਸਾਰੇ ਥੀਏਟਰ ਦੇ ਕਮਰਿਆਂ ਨੂੰ ਗੁਲਾਮ ਗਰਦਸ਼ਾਂ ਨੂੰ ਚਮਕਾ ਦਿੱਤਾ। ਮੰਚ ਪਿਛਲੇ ਦਲਾਨ ਦੇ ਪਿੱਛੇ ਕਾਠ ਕਬਾੜ ਪਿਆ ਸੀ। ਮਿਹਨਤ ਨਾਲ ਇੱਕ ਸਟੂਡੀਓ ਥੀਏਟਰ ਵਿੱਚ ਬਦਲ ਦਿੱਤਾ। ਇੱਕ ਨਿੱਕਾ ਮੰਚ ਸਾਗਵਾਨ ਦੀ ਲੱਕੜ ਦਾ ਸੀ ਜੋ ਸਟੂਡੀਓ ਥੀਏਟਰ ਵਿੱਚ ਨਗੀਨੇ ਵਾਂਗ ਜੜਿਆ ਹੋਇਆ ਸੀ। 4 ਚੁਫੇਰੇ ਲੱਕੜ ਦੀਆਂ ਘੋੜੀਆਂ ਜਿਨ੍ਹਾਂ ਉੱਤੇ ਰੰਗਦਾਰ ਗੱਦੇ ਰੱਖੇ ਹੋਏ ਸਨ। ਜਦੋਂ ਡਰਾਮਾ ਹੁੰਦਾ ਇਸ ਨਿੱਕੇ ਸਟੂਡੀਓ ਥੀਏਟਰ ਵਿੱਚ 150 ਦੇ ਕਰੀਬ ਦਰਸ਼ਕ ਜੁੜ ਬੈਠਦੇ। ਇਸੇ ਸਟੂਡੀਓ ਵਿੱਚ ਮੈਂ ਨਾਟਕਾਂ ਦੇ ਤਜਰਬੇ ਕੀਤੇ, ਮੁੰਡੇ ਤੇ ਕੁੜੀਆਂ ਨੂੰ ਨਾਟਕ ਪੜ੍ਹਾਇਆ। ਜਿੰਨੀ ਨੇ ਮੇਰੀਆਂ ਸਹੇਲੀਆਂ ਦੇ ਫੋਟੋਗ੍ਰਾਫ ਤੇ ਚਿੱਠੀਆਂ ਇਕੱਠੀਆਂ ਕਰ ਲਈਆਂ, ਚਿੱਠੀਆਂ ਜਿਨ੍ਹਾਂ ਉੱਤੇ ਲਿਪਸਟਿਕ ਦੇ ਨਿਸ਼ਾਨ ਸਨ, ਇਤਰ ਫਲੇਲ ਦੀ ਖੁਸ਼ਬੂ ਤੇ ਉਹਨਾਂ ਦੀਆਂ ਜ਼ੁਲਫਾਂ ਤੇ ਤਿਤਲੀਆਂ ਦੇ ਪਰਾਂ ਦੇ ਤੋਹਫੇ। ਮੈਂ ਜਿੰਨੀ ਨੂੰ ਦੱਸਿਆ ਕਿ ਇਹ ਕੁੜੀਆਂ ਕੌਣ ਸਨ। ਹਿਲਡਾ ਜੋ ਬਾਰਸ਼ਾਂ ਤੋਂ ਮੈਨੂੰ ਮਿਲਣ ਆਈ ਸੀ ਤੇ ਮੇਰੇ ਕੋਲ ਮਹੀਨਾ ਠਹਿਰੀ ਸੀ। ਜੂਡੀ ਜਿਸ ਦੇ ਮੈਨੂੰ ਲੰਮੇ ਟੈਲੀਫੋਨ ਆਉਂਦੇ। ਇੱਕ ਇੰਡੀਅਨ ਐਕਟਰੈਸ ਜਿਸ ਨੇ ਮੈਨੂੰ ਜਵਾਨੀ ਵਿੱਚ ਧੋਖਾ ਦਿੱਤਾ ਤੇ ਫਿਲਮ ਵਿੱਚ ਜਾ ਕੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ। ਮਾਰਸ਼ਾ ਜੋ ਖੁਦਕੁਸ਼ੀ ਕਰਨ ਨੂੰ ਫਿਰਦੀ ਸੀ ਤੇ ਹੋਰ ਕੁੜੀਆਂ। ਇਹ ਸਾਰੀਆਂ ਕੁੜੀਆਂ ਦੇ ਫੋਟੋਗ੍ਰਾਫ ਜਿੰਨੀ ਨੇ ਬੜੇ ਇਹਤਾਤ ਨਾਲ ਨੰਬਰ ਤੇ ਨਿਸ਼ਾਨ ਲਾ ਕੇ ਇੱਕ ਵੱਡੇ ਲਿਫਾਫੇ ਵਿੱਚ ਰੱਖ ਦਿੱਤੇ ਤੇ ਇਹਨਾਂ ਨੂੰ ਨਿੱਕੇ ਹਰੇ ਸੂਟਕੇਸ ਵਿੱਚ ਸਾਂਭ ਦਿੱਤਾ। ਇਹ ਸਾਰੀਆਂ ਇੱਥੇ ਦਫਨ ਹਨ, ਤੇਰੀਆਂ ਪੁਰਾਣੀਆਂ ਮਹਿਬੂਬਾਂ। ਇਹ ਸਭ ਸਾਂਭੀਆਂ ਪਈਆਂ ਹਨ ਇੱਥੇ। ਪਿਆਰੇ, ਮੈਂ ਤੈਨੂੰ ਪਿਆਰ ਕਰਦੀ ਹਾਂ ਕਿਉਂਕਿ ਤੂੰ ਮੈਨੂੰ ਆਪਣੀ ਵਹੁਟੀ ਦੇ ਤੌਰ ਤੇ ਚੁਣਿਆ। ਤੇਰੀ ਆਖਰੀ ਦਮਾਂ ਦੀ ਸਾਥਣ। ਜਿੰਨੀ ਬਹੁਤਾ ਸਮਾਂ ਨਾਵਲ ਪੜ੍ਹਨ ਵਿੱਚ ਗੁਜ਼ਾਰਦੀ, ਅਮਰੀਕਨ ਮੈਗਜ਼ੀਨ ਅਤੇ ਬੱਚੇ ਦੇ ਜੰਮਣ ਤੇ ਪਾਲਣ ਪੋਸ਼ਣ ਬਾਰੇ ਕਿਤਾਬਾਂ ਪੜ੍ਹਦੀ। ਉਸ ਨੇ ਲਾਈਫ ਮੈਗਜ਼ੀਨ ਵਿੱਚੋਂ ਰੰਗੀਨ ਤਸਵੀਰਾਂ ਤੇ ਗਰਭ ਵਿੱਚ ਬੱਚੇ ਦੀਆਂ ਬਦਲੀਆਂ ਸਥਿਤੀਆਂ ਦੇ ਮੂਰਤਾਂ ਕੱਟ ਕੇ ਰੱਖ ਛੱਡੀਆਂ ਸਨ। ਉਸ ਨੇ ਮੈਨੂੰ ਬੱਚੇ ਦੀ ਹੋਂਦ ਤੇ ਜੰਮਣ ਤੋਂ ਪਹਿਲਾਂ ਦੇ ਬਦਲਦੇ ਰੂਪ ਦਿਖਾਏ। ਝੱਗ ਵਰਗਾ ਨਰਮ ਮਾਸ, ਬਰੀਕ ਤਰਦੀਆਂ ਨਾੜਾਂ, ਪੀਲੇ ਤੇ ਪਿਆਜੀ ਲਹਿਰੀਏ, ਅਣਜੰਮੇ ਬੱਚੇ ਦਾ ਤਰਲ ਪਦਾਰਥ। ਉਹ ਗਰਭਵਤੀ ਸੀ ਤੇ ਆਪਣੇ ਅੰਦਰ ਲੱਤਾਂ ਮਾਰਦੇ ਤੇ ਧੁਰਲੀ ਮਾਰਦੇ ਬੱਚਿਆਂ ਨੂੰ ਮਹਿਸੂਸ ਕਰ ਰਹੀ ਸੀ। ਚੰਡੀਗੜ੍ਹ ਦੀ ਸਖਤ ਗਰਮੀ ਵਿੱਚ ਉਸ ਨੂੰ ਸਾਹ ਔਖਾ ਆਉਂਦਾ। ਮੇਰਾ ਘਰ ਤਪਦੇ ਤੰਦੂਰ ਵਾਂਗ ਸੀ। ਇੱਕ ਦਿਨ ਮੈਂ ਥੀਏਟਰ ਤੋਂ ਵਾਪਸ ਆਇਆ ਤਾਂ ਜਿੰਨੀ ਪਲੰਘ ਤੇ ਪਈ ਹੱਫ ਰਹੀ ਸੀ। ਉਹ ਇੱਕ ਅੱਲੜ ਕੁੜੀ ਵਾਂਗ ਰੋਂਦੀ ਹੋਈ ਆਖਣ ਲੱਗੀ, ਮੈਥੋਂ ਗਰਮੀ ਬਰਦਾਸ਼ਤ ਨਹੀਂ ਹੁੰਦੀ। ਇਤਨੀ ਗਰਮੀ, ਮੈਨੂੰ ਸਾਹ ਨਹੀਂ ਆਉਂਦਾ। ਮੈਨੂੰ ਠੰਡੀ ਹਵਾ ਦੀ ਲੋੜ ਹੈ, ਆਈਸਕ੍ਰੀਮ ਦੀ, ਮਿਲਕ ਸ਼ੇਕ ਦੀ। ਮੈਂ ਪਸੀਨੇ ਨਾਲ ਭਿੱਜੀ ਪਈ ਹਾਂ। ਇਸ ਗਰਮੀ ਲਈ ਨਹੀਂ ਸੀ ਬਣੀ ਮੈਨੂੰ ਸਾਹ ਨਹੀਂ ਆਉਂਦਾ। ਮੈਂ ਉਸੇ ਵੇਲੇ ਬਾਹਰ ਏਅਰ ਕੰਡੀਸ਼ਨਰ ਦੀ ਤਲਾਸ਼ ਵਿੱਚ ਨਿਕਲ ਗਿਆ, ਚਾਹੇ ਕਿਰਾਏ ਤੇ ਲਵਾਂ ਚਾਹੇ ਖਰੀਦਾਂ। ਆਖਰ ਇੱਕ ਸੈਕਿੰਡ ਹੈਂਡ ਵਿਦੇਸ਼ੀ ਏਅਰ ਕੰਡੀਸ਼ਨਰ ਮਿਲ ਗਿਆ। ਮੈਂ ਇਸ ਦੇ ਮਾਲਕ ਨੂੰ ਅੱਧੇ ਪੈਸੇ ਨਗਦ ਤੇ ਅੱਧੇ ਪੈਸਿਆਂ ਦਾ
ਹੁੰਡੀ ਵਰਗਾ ਚੈੱਕ ਦਿੱਤਾ ਤੇ ਸ਼ਾਮ ਤੱਕ 에ਅਰ ਕੰਡੀਸ਼ਨਰ ਬੈੱਡਰੂਮ ਵਿੱਚ ਫਿੱਟ ਕਰਵਾ ਲਿਆ। ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜਿੰਨੀ ਮੁਸਕਰਾਈ, ਫਿਰ ਉਹ ਹੱਸਣ ਲੱਗੀ ਬੱਚਿਆਂ ਵਾਂਗ ਜਦੋਂ 에ਅਰ ਕੰਡੀਸ਼ਨਰ ਠੰਡੀ ਹਵਾ ਦੇ ਬੁੱਲੇ ਸੁੱਟਣ ਲੱਗਾ। ਜਿੰਨੀ ਨੂੰ ਅੱਧੀ ਰਾਤ ਦਰਦਾਂ ਹੋਣ ਲੱਗੀਆਂ। ਨੌਜਵਾਨ ਪ੍ਰੋਫੈਸਰ ਵਿਸ਼ਵਨਾਥ ਤਿਵਾੜੀ, ਕੈਂਪਸ ਦਾ ਸਾਹਿਤ ਬਜਰੰਗਬਲੀ, ਆਪਣੀ ਕਾਰ ਲੈ ਕੇ ਸਾਡੀ ਮਦਦ ਲਈ ਆਇਆ। ਜਿੰਨੀ ਨੇ ਸੂਟਕੇਸ ਵਿੱਚ ਹਰ ਚੀਜ਼ ਪਹਿਲਾਂ ਹੀ ਤਿਆਰ ਰੱਖੀ ਸੀ। 2 ਦਰਜਨ ਪੋਤੜੇ, ਨਿੱਕੀਆਂ ਫਰਾਕਾਂ, ਨਿੱਕੇ ਸਰਾਣੇ, ਗਰਮ ਪਾਣੀ ਦੀ ਬੋਤਲ, ਸੁਰਾਹੀ, ਦਵਾਈਆਂ ਤੇ ਜਨੇਪੇ ਵਿੱਚ ਪਹਿਨਣ ਦਾ ਲਿਬਾਸ। ਮੇਰੀ ਵਿਧਵਾ ਭੈਣ ਸ਼ਾਂਤੀ ਤਿਵਾੜੀ ਦੀ ਕਾਰ ਵਿੱਚ ਬੈਠ ਕੇ ਗਈ। ਡਾਕਟਰਾਂ ਨੇ ਮੈਨੂੰ ਆਖਿਆ ਕਿ ਮੈਂ ਸਵੇਰੇ ਪਤਾ ਕਰਾਂ। ਮੈਂ ਪਿਤਾ ਬਣਨ ਦੀ ਖੁਸ਼ੀ ਤੇ ਗਰੂਰ ਵਿੱਚ ਵਾਪਸ ਆਇਆ। ਜਿੰਨੀ ਨੇ ਬੱਚੇ ਦੇ ਨਾਮ ਲਈ ਇੱਕ ਵੱਡੀ ਲਿਸਟ ਤਿਆਰ ਕੀਤੀ ਸੀ। 50 ਨਾਂ ਪੁੱਤ ਲਈ ਤੇ 50 ਨਾਂ ਧੀ ਲਈ। ਉਹ ਇਨ੍ਹਾਂ ਹਿੰਦੁਸਤਾਨੀ ਨਾਵਾਂ ਨੂੰ ਬੋਲ ਕੇ ਟਣਕਣਾਉਂਦੀ ਤੇ ਸੁਣਦੀ। ਸਰਵਨ, ਅਰਜਨ, ਲక్ష్మణ, ਸੀਤਾ, ਰੀਤਾ, ਗੀਤਾ। ਇਨ੍ਹਾਂ ਨਾਵਾਂ ਨਾਲ ਹੀ ਸ਼ਕਲ ਉੱਭਰਦੀ। ਹਰ ਨਾਂ ਦੇ ਉਹ ਨਕਸ਼ ਸੋਚਦੀ। ਇਹ ਨਾ ਮੋਟਾ ਹੈ, ਇਹ ਨਾ ਪਤਲਾ ਹੈ। ਹਰ ਰੋਜ਼ ਉਹ ਲਿਸਟ ਨੂੰ ਬਦਲ ਦਿੰਦੀ। ਕੁਝ ਨਾ ਕੁਝ ਹੋਰ ਪਾ ਦਿੰਦੀ ਤੇ ਕੁਝ ਕੱਟ ਦਿੰਦੀ। ਉਹ ਆਪਣੇ ਖਾਨਦਾਨ ਦੇ ਵੀ ਭਾਰਤੀ ਨਾਵਾਂ ਦੇ ਨਾਲ ਤੁਲਨਾ ਕਰਕੇ ਕਈ ਨਾਂ ਸੋਚਦੀ। ਦੂਜੀ ਸਵੇਰ ਮੈਂ ਛੇਤੀ ਉੱਠ ਖਲੋਤਾ। ਘਰ ਬੜਾ ਖਾਲੀ ਜਾਪਿਆ। ਉਹ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਨਾਲ ਹੀ ਲੈ ਗਈ ਸੀ। ਨਿੱਕੀਆਂ ਘਰੇਲੂ ਕਣਤੀਣੀਆਂ ਤੂੰਮਣੀਆਂ। ਉਹ ਫਰਾਕ ਸਿਉਂਦੀ ਤੇ 19 ਸਵੈਟਰ ਬੁਣਦੀ। ਇਹਨਾਂ ਨਾਲ ਉਸਨੂੰ ਆਰਾਮ ਮਿਲਦਾ ਤੇ ਉਹ ਆਉਣ ਵਾਲੇ ਬੱਚੇ ਦੀ ਤਿਆਰੀ ਲਈ ਫਰਾਕਾਂ ਸੀਨ ਨੂੰ ਚੰਗਾ ਸ਼ਗਨ ਸਮਝਦੀ। ਪਰ ਸ਼ਾਂਤੀ ਨੇ ਜਿੰਨੀ ਨੂੰ ਕਿਹਾ, ਇਹੀ ਦਿਨੋਂ ਤੈਨੂੰ ਕੱਪੜੇ ਨਹੀਂ ਸੀਣੇ ਚਾਹੀਦੇ। ਜਿੰਨੀ ਨੇ ਪੁੱਛਿਆ, ਕਿਉਂ? ਸ਼ਾਂਤੀ ਬੋਲੀ, ਬੱਚੇ ਦਾ ਮੂੰਹ ਸੀਤਾ ਜਾਵੇਗਾ, ਕਿਤੇ ਗੂੰਗਾ ਹੀ ਨਾ ਜੰਮ ਪਵੇ। ਜਿੰਨੀ ਹੱਸੀ। ਮੈਂ ਚਾਹੁੰਦੀ ਹਾਂ ਮੇਰਾ ਬੱਚਾ ਦਿਨ ਰਾਤ ਚਪੜ ਗੱਲਾਂ ਮਾਰੀ ਜਾਵੇ। ਰੱਬ ਨੇ ਸੁੱਖ ਰੱਖੀ ਤਾਂ ਉਹ ਇੱਕ ਸ਼ਾਂਤ ਜੋਗੀ ਹੋਵੇਗਾ। ਮੈਂ ਚਾਹ ਪੀਂਦਾ ਹੋਇਆ ਸੋਚਣ ਲੱਗਾ ਕਿ ਜਿੰਨੀ ਸੂਤਕ ਪੀੜਾ ਵਿੱਚ ਹੋਵੇਗੀ। ਸ਼ਾਇਦ ਬੱਚਾ ਪੈਦਾ ਹੋ ਗਿਆ ਹੋਵੇ। ਜੇ ਧੀ ਜੰਮੀ ਤਾਂ ਉਸਨੇ ਜਿੰਨੀ ਵਰਗੇ ਲੰਮੇ ਤੇ ਖੂਬਸੂਰਤ ਚਿਹਰਾ ਤੇ ਹੋਵੇਗਾ ਉਸ ਦਾ ਰੰਗ ਰੂਪ ਤੇ ਲੰਮੀਆਂ ਉਂਗਲਾਂ। ਜੇ ਪੁੱਤ ਹੋਇਆ ਤਾਂ ਉਸ ਦੀਆਂ ਅੱਖਾਂ ਦਾ ਰੰਗ ਹੋਵੇਗਾ ਉਸ ਦੇ ਵਾਲਾਂ ਦਾ ਰੰਗ। ਹੋ ਸਕਦਾ ਉਸ ਦੀਆਂ ਗੱਲਾਂ ਲਾਲ ਹੋਣ ਜਾਂ ਸ਼ਾਇਦ ਕਣਕ ਭਿੰਨਾ ਤੇ ਨੀਲੀਆਂ ਅੱਖਾਂ। ਮੈਂ ਲਾਨ ਦੇ ਕਿਆਰੇ ਵਿੱਚੋਂ ਗੁਲਾਬ ਦੇ ਫੁੱਲ ਤੋੜੇ, ਗੁਲਦਸਤਾ ਬਣਾਇਆ ਤੇ ਹਸਪਤਾਲ ਚਲਾ ਗਿਆ। ਕਾਊਂਟਰ ਉੱਤੇ ਖੜੀ ਨਰਸ ਨੇ ਮੇਰਾ ਨਾਂ ਪੁੱਛਿਆ। ਮੈਨੂੰ ਹਸਪਤਾਲ ਦੇ ਸਲੀਪਰ ਪਾਉਣ ਲਈ ਆਖਿਆ ਤੇ ਸੂਤਕ ਵਾਲੇ ਕਮਰੇ ਵਿੱਚ ਲੈ ਗਈ। ਜਿੰਨੀ ਮੰਜੀ ਤੇ ਪਈ ਦਰਦ ਨਾਲ ਮੇਲ ਰਹੀ ਸੀ। ਉਸਨੇ ਹੱਥ ਫੈਲਾ ਕੇ ਆਖਿਆ, ਡੀਅਰ, ਦਰਦਾਂ ਨਾਲ ਮੇਰੀਆਂ ਮੁੱਠੀਆਂ ਵਿੱਚ ਜਾਂਦੀਆਂ ਨੇ। ਸ਼ਾਇਦ ਹਾਲੇ ਕੁਝ ਦੇਰ ਲੱਗੇਗੀ। ਸ਼ੁਕਰੀਆ ਤੇਰੇ ਆਉਣ ਦਾ। ਸ਼ੁਕਰੀਆ ਗੁਲਾਬ ਦੇ ਫੁੱਲ ਲਿਆਉਣ ਦਾ। ਉਸਨੇ ਗੁਲਾਬ ਦੇ ਫੁੱਲ ਚੁੰਮੇ ਤੇ ਇੱਕ ਪਾਸੇ ਰੱਖ ਦਿੱਤੇ। ਮੈਂ ਪੁੱਛਿਆ, ਕਿਸੇ ਹੋਰ ਚੀਜ਼ ਦੀ ਲੋੜ ਹੈ? ਆਈਸਕ੍ਰੀਮ ਖਾਣ ਨੂੰ ਜੀ ਕਰਦਾ ਬੱਚਾ ਹੋਣ ਪਿੱਛੋਂ? ਮੈਂ ਦੁਪਹਿਰ ਪਿੱਛੋਂ ਦੁਬਾਰਾ ਹਸਪਤਾਲ ਗਿਆ। ਡਾਕਟਰ ਨੇ ਆਖਿਆ, ਪਹਿਲਾ ਬੱਚਾ ਹੈ, ਹਾਲੇ ਵਕਤ ਲੱਗੇਗਾ, ਸ਼ਾਇਦ ਰਾਤ ਦੇ 10 ਵਜੇ ਤੀਕਰ। ਤੁਸੀਂ ਹਾਲੇ ਆਰਾਮ ਕਰੋ, ਸਭ ਠੀਕ ਹੋ ਜਾਏਗਾ। ਮੈਂ ਵਾਪਸ ਥੀਏਟਰ ਚਲਾ ਗਿਆ ਤੇ ਪ੍ਰਾਚੀਨ ਸੰਸਕ੍ਰਿਤ ਨਾਟਕ ਮਿੱਟੀ ਦਾ ਗਡੀਹਰਾ ਦੀ ਰਿਹਰਸਲ ਵਿੱਚ ਮਸਰੂਫ ਹੋ ਗਿਆ। ਰਿਹਰਸਲ ਪਿੱਛੋਂ ਮੈਂ ਇੱਕ ਸ਼ਾਦੀ ਦੀ ਪਾਰਟੀ ਤੇ ਚਲਾ ਗਿਆ। ਜਦੋਂ ਮੈਂ ਕੇਕ ਖਾ ਕੇ ਆਈਸਕ੍ਰੀਮ ਖਾਣ ਲੱਗਾ ਤਾਂ ਮੈਨੂੰ ਯਕਦਮ ਜਿੰਨੀ ਯਾਦ ਆਈ। ਇੱਕ ਜਰਨਲਿਸਟ ਦੋਸਤ ਮੇਰੇ ਵੱਲ ਤੁਰ ਕੇ ਆਇਆ ਤੇ ਆਖਣ ਲੱਗਾ, ਮੁਬਾਰਕਾਂ, ਬਹੁਤ ਸੋਹਣੀ ਸ਼ਾਦੀ ਹੈ। ਮੈਂ ਆਖਿਆ। ਉਸਨੇ ਪਾਈਪ ਖਿੱਚਿਆ ਤੇ ਧੂੰਆਂ ਛੱਡਦੇ ਆਖਿਆ, ਹੁਣ ਮੁਬਾਰਕਾਂ ਨੂੰ ਟਾਲੋ ਨਾ, ਸ਼ੈਂਪੇਨ ਦੀ ਪਾਰਟੀ ਲਵਾਂਗੇ, ਤੁਹਾਡਾ ਹੀ ਪੁੱਤ ਹੋਇਆ ਏ। ਕੀ ਆਖਿਆ ਤੂੰ? ਉਹ ਦਰਅਸਲ
ਉਹ ਦਰਅਸਲ ਹਸਪਤਾਲ ਕਿਸੇ ਰਿਸ਼ਤੇਦਾਰ ਨੂੰ ਦੇਖਣ ਗਿਆ ਸੀ। ਉੱਥੇ ਉਸ ਨੂੰ ਪਤਾ ਲੱਗਾ ਕਿ ਜਿੰਨੀ ਨੇ ਪੁੱਤ ਜੰਮਿਆ ਹੈ। ਮੈਂ ਝਟਪਟ ਵੱਡੇ ਵੈਰੇ ਨੂੰ ਆਈਸਕ੍ਰੀਮ ਦਾ ਇੱਕ ਡੋਂਗਾ ਭਰ ਕੇ ਲਿਆਉਣ ਲਈ ਆਖਿਆ ਤੇ ਡੋਂਗਾ ਲੈ ਕੇ ਮੈਂ ਕਾਰ ਵਿੱਚ ਬੈਠਾ ਤੇ ਹਸਪਤਾਲ ਪਹੁੰਚਿਆ। ਉਸੇ ਨਰਸ ਨੇ ਮੇਰਾ ਸਵਾਗਤ ਕੀਤਾ ਤੇ ਖੁਸ਼ਖਬਰੀ ਸੁਣਾਈ। ਮੈਂ ਝਟਪਟ ਵੱਡੇ ਵੈਰੇ ਮੈਂ ਫਿਰ ਉਹੀ ਹਸਪਤਾਲ ਦੇ ਸਲੀਪਰ ਪਾਏ ਤੇ ਵਾਰਡ ਵਿੱਚ ਗਿਆ। ਜਿੰਨੀ ਇੱਕ ਚਿੱਟੀ ਚਾਦਰ ਲਈ ਬਿਸਤਰੇ ਵਿੱਚ ਪਈ ਸੀ। ਉਸ ਦਾ ਚਿਹਰਾ ਜਰਾ ਕੁ ਪਤਲਾ ਹੋ ਗਿਆ ਸੀ। ਸ਼ਾਂਤੀ ਉਸ ਨੂੰ ਗਰਮ ਹਲਵਾ ਤੇ ਪੰਜੀਰੀ ਖਾਣ ਨੂੰ ਆਖ ਰਹੀ ਸੀ, ਪਰ ਜਿੰਨੀ ਦੇ ਜਿਸਮ ਦੀਆਂ ਲੋੜਾਂ ਹੋਰ ਸਨ। ਉਹ ਝੱਟ ਆਈਸਕ੍ਰੀਮ ਖਾਣ ਲੱਗ ਗਈ ਤੇ ਯਕਦਮ ਚੀਕ ਉੱਠੀ, ਤੂੰ ਆਪਣਾ ਪੁੱਤ ਤਾਂ ਪਹਿਲਾਂ ਦੇਖ ਲੈ। ਨਰਸ ਫਲਾਲੈਨ ਵਿੱਚ ਲਪੇਟੇ ਬੱਚੇ ਨੂੰ ਲੈ ਕੇ ਆਈ। ਮੈਂ ਇੱਕ ਨਰਮ ਬੰਡਲ ਨੂੰ ਚੁੱਕਿਆ। ਉਸ ਦਾ ਚਿਹਰਾ ਕਣਕ ਭਿੰਨਾ ਸੀ। ਉਸ ਦੀਆਂ ਅੱਖਾਂ ਸਲੇਟੀ ਸਨ। ਉਸ ਦੀਆਂ ਮੁੱਠੀਆਂ ਮੀਚੀਆਂ ਹੋਈਆਂ ਸਨ। ਉਸ ਦਾ ਰੰਗ ਦੇਖ ਕੇ ਮੇਰੇ ਦਿਲ ਨੂੰ ਰਤਾਕੂ ਹੁੰਝਕਾ ਲੱਗਿਆ, ਕਿਉਂਕਿ ਉਸ ਦਾ ਰੰਗ ਮੇਰੇ ਵਰਗਾ ਸੀ। ਮੈਂ ਚਾਹਿਆ ਸੀ ਉਸ ਦਾ ਰੰਗ ਗੋਰਾ ਹੋਵੇ। ਕੁਦਰਤ ਦੀ ਇਸ ਮਨਮਰਜ਼ੀ ਤੋਂ ਮੇਰੇ ਦਿਲ ਨੂੰ ਰਤਾਕ ਧੱਕਾ ਲੱਗਾ। ਪਰ ਕਈ ਸਾਲਾਂ ਪਿੱਛੋਂ ਮੈਂ ਇਸ ਕਣਕ ਭਿੰਨੇ ਰੰਗ ਲਈ ਕੁਦਰਤ ਦਾ ਸ਼ੁਕਰਗੁਜ਼ਾਰ ਸਾਂ। ਉਹ ਮੇਰੇ ਵਰਗਾ ਸੀ, ਮੇਰਾ ਪੁੱਤ, ਸਰੀਰਕ ਤੇ ਮਾਨਸਿਕ ਤੌਰ ਤੇ ਮੇਰਾ। ਉਹ ਬੱਚੇ ਜਿਹੜੇ ਦੇਸੀ ਤੇ ਬਲੈਤੀ ਜੋੜਿਆਂ ਤੋਂ ਪੈਦਾ ਹੁੰਦੇ ਹਨ, ਕਈ ਵਾਰ ਉਹਨਾਂ ਦੀਆਂ ਅੱਖਾਂ ਨੀਲੀਆਂ, ਰੰਗ ਗੰਧਵੀ ਤੇ ਵਾਲ ਕੱਕੇ ਹੁੰਦੇ ਹਨ। ਉਹ ਬੜੇ ਪਿਆਰੇ ਲੱਗਦੇ ਹਨ, ਪਰ ਜਦੋਂ ਉਹ ਵੱਡੇ ਹੋ ਜਾਂਦੇ ਹਨ ਤਾਂ ਉਹ ਦੋ ਸਭਿਅਤਾਵਾਂ ਤੇ ਦੋ ਨਸਲਾਂ ਵਿੱਚੋਂ ਇੱਕ ਨੂੰ ਵੀ ਪੂਰੀ ਤਰ੍ਹਾਂ ਨਹੀਂ ਅਪਣਾ ਸਕਦੇ। ਉਹਨਾਂ ਦੀ ਸ਼ਖਸੀਅਤ ਦੀ ਪੂਰਨਤਾ ਇੱਕ ਤ੍ਰਿਸ਼ਨਾ ਰਹਿ ਜਾਂਦੀ ਹੈ। ਜ਼ਿੰਦਗੀ ਤੁਰਦੀ ਗਈ। ਮੈਂ ਨਿਤ ਚਾਰਿਆਂ ਵਿੱਚ ਜੁਟਿਆ ਹੋਇਆ ਸਾਂ। ਪੜ੍ਹਾਉਣਾ, ਨਾਟਕ ਡਾਇਰੈਕਟ ਕਰਨਾ, ਪਾਰਟੀਆਂ ਵਿੱਚ ਜਾਣਾ, ਚਾਹ ਦੇ ਅਣਗਿਣਤ ਪਿਆਲੇ, ਘਰ ਦਾ ਕੰਮਕਾਜ ਤੇ ਸਾਡੇ ਨਿੱਕੇ ਪੁੱਤ ਮਨੂ ਦੀ ਦੇਖਭਾਲ ਦਾ ਜ਼ਿੰਮਾ ਬੁੱਢੀ ਪਹਾੜਨ ਆਇਆ ਨੇ ਲੈ ਲਿਆ ਸੀ। ਉਸ ਦਾ ਨਾਂ ਸੀ ਸੁਰਤੀ। ਪਹਿਲੇ ਦਿਨ ਸੁਰਤੀ ਜਦੋਂ ਸਾਡੇ ਆਈ ਤਾਂ ਉਹ ਹਾਲ ਕਮਰੇ ਵਿੱਚ ਖੜੀ ਸੀ। ਚਿੱਟੇ ਵਾਲ, ਝੁਰੜੀਆਂ ਵਾਲਾ ਚਿਹਰਾ, ਲੰਮੀ ਚੂੰਗ ਵਰਗਾ ਨੱਕ, ਪੁਰਾਣਾ ਘੱਗਰਾ। ਉਹ ਮੁਸਕਰਾਈ ਤਾਂ ਉਸ ਦੀਆਂ ਅੱਖਾਂ ਚਮਕੀਆਂ ਤੇ ਉਸ ਦਾ ਨੱਕ ਹੋਰ ਲੰਮਾ ਜਾਪਣ ਲੱਗਾ, ਜਿਵੇਂ ਕਹਾਣੀਆਂ ਵਿੱਚ ਕੋਈ ਬੁੱਢੀ ਜਾਦੂਗਰਨੀ ਹੋਵੇ। ਮਨੂ ਉਸ ਨੂੰ ਦੇਖਣ ਸਾਰ ਡਰ ਕੇ ਦੌੜ ਗਿਆ, ਪਰ 2-3 ਦਿਨ ਵਿੱਚ ਹੀ ਸੁਰਤੀ ਨੇ ਆਪਣੀ ਮਮਤਾ ਨਾਲ ਉਸ ਨੂੰ ਪਰਚਾ ਲਿਆ। ਉਹ ਮਨੂ ਦੀ ਦਾਦੀ ਬਣ ਗਈ ਤੇ ਪਿਆਰ ਨਾਲ ਮਨੂ ਨੂੰ ਲੋਰੀਆਂ ਦੇ ਕੇ ਸਵਾਉਂਦੀ। 2 ਸਾਲ ਪਿੱਛੋਂ ਸਾਡੇ ਇੱਕ ਧੀ ਜੰਮੀ। ਉਸ ਦਾ ਨਾਂ ਜੰਨਤ ਰੱਖਿਆ। ਇਹ ਨਾਂ ਸਾਡੇ ਪਿੰਡ ਦੀ ਮੁਸਲਮਾਨ ਦਾਣੇ ਭੁੰਨਣ ਵਾਲੀ ਦਾ ਸੀ, ਜੋ ਸਾਰੇ ਪਿੰਡ ਵਿੱਚ ਸੋਹਣੀ ਮੰਨੀ ਗਈ ਸੀ। ਸੁਰਤੀ ਬੱਚਿਆਂ ਨੂੰ ਨਹਾਉਂਦੀ, ਉਹਨਾਂ ਨਾਲ ਖੇਡਦੀ, ਲਾਡ ਕਰਦੀ, ਉਹਨਾਂ ਦੀਆਂ ਹਥੇਲੀਆਂ ਤੇ ਘੋਲ ਕੰਡੇ ਕੱਢਦੀ ਤੇ ਉਹਨਾਂ ਨਾਲ ਹੱਸ ਕੇ ਲੋਟ-ਪੋਟ ਹੋ ਜਾਂਦੀ। ਉਹ ਉਹਨਾਂ ਨੂੰ ਨਿੱਕੀਆਂ ਗਰਾਹੀਆਂ ਦੇ ਕੇ ਰੋਟੀ ਖਵਾਉਂਦੀ ਤੇ ਰਾਤ ਨੂੰ ਆਪਣੇ ਨਾਲ ਸੌਂਦੀ। ਇਸ ਨਾਲ ਜਿੰਨੀ ਨੂੰ ਕਿਤਾਬਾਂ ਪੜ੍ਹਨ, ਅਮਰੀਕੀ ਖਾਣੇ ਪਕਾਉਣ ਤੇ ਚਾਂਦੀ ਦੀ ਬੰਸਰੀ ਵਜਾਉਣ ਦੇ ਰਿਆਜ਼ ਕਰਨ ਦਾ ਖੁੱਲ੍ਹਾ ਵਕਤ ਮਿਲ ਗਿਆ। ਮੈਂ ਥੀਏਟਰ ਤੋਂ ਆਉਂਦਾ ਤਾਂ ਅਕਸਰ ਉਸ ਨੂੰ ਬੈੱਡਰੂਮ ਵਿੱਚ ਬੈਠੀ ਬੰਸਰੀ ਵਜਾਉਂਦੀ ਨੂੰ ਦੇਖਦਾ। ਅਮਰੀਕਨ ਹਬਸ਼ੀਆਂ ਦੇ ਧਾਰਮਿਕ ਗੀਤ ਤੇ ਕ੍ਰਿਸਮਸ ਦੇ ਗੀਤ ਜਾਂ ਉਸ ਦੇ ਪੁਰਖਾਂ ਦੇ ਲੋਕ ਗੀਤ। ਇੱਕ ਦਿਨ ਉਹ ਰੋ ਕੇ ਆਖਣ ਲੱਗੀ, ਤੈਨੂੰ ਪਤਾ ਮੈਂ ਇੰਟੈਲੈਕਚੁਅਲ ਨਹੀਂ, ਮੈਂ ਤੇਰੇ ਦੋਸਤਾਂ ਵਾਂਗ ਨਹੀਂ। ਉਹਨਾਂ ਦੀ ਸੰਗਤ ਵਿੱਚ ਮੇਰਾ ਜੀਅ ਘਬਰਾਉਂਦਾ ਹੈ। ਉਹ ਹਰ ਵੇਲੇ ਪੋਲੀਟਿਕਸ ਅਤੇ ਆਰਟ ਅਤੇ ਤੁਹਾਡੀ ਰਾਜਸੀ ਲੀਡਰਾਂ ਦੀਆਂ ਗੱਲਾਂ ਕਰਦੇ ਹਨ। ਲੰਮੇ ਅਜੀਬ ਨਾਂ ਹਨ ਉਹਨਾਂ ਦੇ। ਮੈਂ ਇੱਥੇ ਹਾਂ ਸਿਰਫ ਤੇਰੇ ਕਰਕੇ। ਤੂੰ ਆਪਣੀ ਸਿਹਤ ਦਾ ਖਿਆਲ ਨਹੀਂ ਕਰਦਾ। 3 ਸਾਲਾਂ ਵਿੱਚ ਹੀ ਤੇਰਾ ਸਰੀਰ ਭਾਰਾ ਹੋ ਗਿਆ। ਤੇਰੇ ਵਾਲ ਵੀ ਮੱਥੇ ਤੋਂ ਉੱਪਰ ਤੱਕ ਚਲੇ ਗਏ ਹਨ। ਤੈਨੂੰ ਖਾਣ ਦੀ ਹੋਸ਼ ਨਹੀਂ। ਤੂੰ ਸਬਜ਼ੀਆਂ ਨਹੀਂ ਖਾਂਦਾ। ਸੰਤਰੇ ਦਾ ਰਸ, ਭਾਫ ਵਿੱਚ ਬਣੀ ਨਰਮ ਖੁਰਾਕ। ਤੂੰ ਆਲੂ ਤੇ ਗੋਭੀ ਵਾਲੇ ਪਰੌਠੇ ਖਾ ਕੇ ਸਿਹਤ ਖਰਾਬ ਕਰ ਰਿਹਾ ਹੈ। ਸਾਰਾ ਦਿਨ ਬੈਠਾ ਮਿੱਠੀ ਚਾਹ ਪੀਂਦਾ ਰਹਿਣਾ। ਇਹ ਬਹੁਤ ਖਰਾਬ ਹੈ ਤੇਰੇ ਲਈ। ਘਿਓ ਤੇ ਮਿਰਚਾਂ, ਦਾਲ ਤੇ ਆਲੂ। ਮੇਰੇ ਪਿਆਰੇ,
ਤੈਨੂੰ ਮੇਰੇ ਤੇ ਆਪਣੇ ਬੱਚਿਆਂ ਲਈ ਜ਼ਿਆਦਾ ਉਮਰ ਭੋਗਣੀ ਚਾਹੀਦੀ ਹੈ। ਤੈਨੂੰ ਬਹੁਤ ਦੇਰ ਤੱਕ ਜਿੰਦਾ ਰਹਿਣਾ ਚਾਹੀਦਾ ਹੈ। ਮੈਂ ਤੇਰੇ ਬਗੈਰ ਕੀ ਕਰਾਂਗੀ? ਮੈਂ ਤਾਂ ਇੱਥੋਂ 20 ਸਾਲ ਛੋਟੀ ਹਾਂ। ਜੇ ਰੱਬ ਨਾ ਕਰੇ ਤੈਨੂੰ ਕੁਝ ਹੋ ਗਿਆ ਤਾਂ ਹਿੰਦੁਸਤਾਨ ਵਿੱਚ ਕਿਸ ਦੇ ਸਹਾਰੇ ਰਹਾਂਗੀ? ਕੌਣ ਹੈ ਮੇਰਾ? ਉਸ ਦੀਆਂ ਅੱਖਾਂ ਵਿੱਚ ਅੱਥਰੂ ਡੁਲਕ ਪਏ। ਮੈਂ ਉਸ ਦਾ ਹੱਥ ਘੁੱਟ ਕੇ ਫੜ ਲਿਆ। ਸਾਡੀ ਕੋਠੀ ਵਿੱਚ ਚੂਹੇ, ਕਿਰਲੀਆਂ, ਸ਼ਹਿਦ ਦੀਆਂ ਮੱਖੀਆਂ ਤੇ ਕੀੜੀਆਂ ਦੇ ਵੀ ਘਰ ਸਨ। ਮੰਨੂ ਤੇ ਜੰਨਤ ਨੇ ਇਹਨਾਂ ਨਾਲ ਰਹਿਣਾ ਸਿੱਖ ਲਿਆ ਸੀ। ਸਾਡੀ ਕੋਠੀ ਵਿੱਚ ਚੂਹੇ, ਕਿਰਲੀਆਂ, ਸ਼ਹਿਦ ਦੀਆਂ ਮੱਖੀਆਂ ਤੇ ਕੀੜੀਆਂ ਦੇ ਘਰ ਵੀ ਸਨ। ਮੰਨੂ ਤੇ ਜੰਨਤ ਨੇ ਇਹਨਾਂ ਨਾਲ ਰਹਿਣਾ ਸਿੱਖ ਲਿਆ ਸੀ। ਕਈ ਵਾਰ ਜੰਨਤ ਕਿਸੇ ਕਿਰਲੀ ਨੂੰ ਦੇਖਦੀ ਜੋ ਅੱਖਾਂ ਅੱਡੀ ਕਿਸੇ ਭਮੱਕੜ ਨੂੰ ਹੜੱਪ ਕਰਨ ਖਾਤਰ ਕੰਧ ਉੱਤੇ ਤਾੜ ਲਾਈ ਬੈਠੀ ਹੁੰਦੀ। ਉਹ ਆਖਦੀ, ਪਾਪਾ ਮੈਨੂੰ ਡਰ ਲੱਗਦਾ, ਤੇ ਉਹ ਮੈਨੂੰ ਘੁੱਟ ਕੇ ਜੱਫੀ ਪਾ ਲੈਂਦੀ, ਅੱਖਾਂ ਮੀਚ ਲੈਂਦੀ। ਜੰਨਤ ਨੇ ਮੈਨੂੰ ਬਾਹਰ ਘਾਹ ਤੇ ਦਰਖਤਾਂ ਵਿੱਚ ਕਿਸੇ ਕਾਂ ਜਾਂ ਗਾਲੜ ਜਾਂ ਚਿੜੀ ਨੂੰ ਫੜਨ ਲਈ ਦੌੜਦੇ। ਉਹਨਾਂ ਨੂੰ ਬਾਗ ਦੇ ਹਰ ਖੂੰਜੇ ਤੇ ਖੁੱਡ ਦਾ ਪਤਾ ਸੀ। ਅੰਬਾਂ ਦੇ ਵੱਡੇ ਦਰਖਤ ਤੇ ਮੋਟੇ ਟਾਹਣੇ ਝੁੱਕ ਕੇ ਨਿੱਕੀ ਕੰਧ ਨੂੰ ਛੂੰਹਦੇ ਸਨ। ਇਸ ਦਰਖਤ ਉੱਤੇ ਮਨੂ ਤੇ ਜੰਨਤ ਚੜ੍ਹ ਕੇ ਇੱਕ ਦੂਜੇ ਨੂੰ ਫੜਦੇ, ਦੌੜਦੇ, ਝੂਲਦੇ। ਇਹ ਦਰਖਤ ਉਹਨਾਂ ਲਈ ਦਾਈ ਦੁੱਕੜ ਖੇਡਣ ਦਾ ਅੱਡਾ ਸੀ। ਰਾਤ ਨੂੰ ਚੂਹੇ ਰੋਟੀ ਦੇ ਟੁਕੜੇ ਦੀ ਤਲਾਸ਼ ਵਿੱਚ ਆਉਂਦੇ ਤੇ ਕਿਚਨ ਵਿੱਚੋਂ ਕੁਤਰਨ ਦੀਆਂ ਆਵਾਜ਼ਾਂ ਆਉਂਦੀਆਂ। ਇੱਕ ਸਵੇਰੇ ਅਸੀਂ ਦੇਖਿਆ ਕਿ ਕਿਸੇ ਚੂਹੇ ਨੇ ਲੱਕੜ ਦੀ ਡੋਲੀ ਜਿਸ ਵਿੱਚ ਮੀਟ ਪਿਆ ਸੀ ਨੂੰ ਕੁਤਰ ਕੇ ਮੋਰੀ ਕਰ ਦਿੱਤੀ ਸੀ। ਸੁਰਤੀ ਨੇ ਚੂਹੇਦਾਨ ਵਿੱਚ ਮੀਟ ਦਾ ਟੁਕੜਾ ਟੰਗ ਕੇ ਰੱਖ ਦਿੱਤਾ, ਜਿਸ ਵਿੱਚ ਇੱਕ ਮੋਟਾ ਚੂਹਾ ਫਸ ਗਿਆ। ਅਸੀਂ ਸਾਰੇ ਇਸ ਡਾਕੂ ਨੂੰ ਦੇਖਣ ਲਈ ਇਕੱਠੇ ਹੋ ਗਏ। ਚੂਹਾ ਪਿੰਜਰੇ ਵਿੱਚ ਦੌੜਦਾ ਚੱਕਰ ਕੱਢ ਰਿਹਾ ਸੀ, ਜਿਵੇਂ ਸਰਕਸ ਵਿੱਚ ਮੋਟਰਸਾਈਕਲ ਸਵਾਰ ਮੌਤ ਦੇ ਖੂਹ ਵਿੱਚ ਤੇਜ਼ ਚੱਕਰ ਕੱਢਦਾ ਹੋਵੇ। ਯਕਦਮ ਚੂਹਾ ਰੁਕ ਗਿਆ। ਇਸ ਦੀ ਗੁਲਾਬੀ ਬੂਥੀ ਕੰਬ ਰਹੀ ਸੀ ਤੇ ਇਸ ਦੀਆਂ ਅੱਖਾਂ ਵਿੱਚ ਤਰਲਾ ਸੀ। ਮੈਂ ਇਸ ਨਿੱਕੇ ਮਾਸੂਮ ਜਾਨਵਰ ਨੂੰ ਮਾਰਨਾ ਨਹੀਂ ਸੀ ਚਾਹੁੰਦਾ। ਮੈਂ ਪਿੰਜਰਾ ਚੁੱਕ ਕੇ ਬਾਹਰ ਆਇਆ ਤੇ ਇਸ ਨੂੰ ਦੂਰ ਝਾੜੀਆਂ ਵਿੱਚ ਛੱਡਣ ਚਲਾ ਗਿਆ। ਮਨੂ ਤੇ ਜੰਨਤ ਵੀ ਮੇਰੇ ਨਾਲ ਦੌੜ ਰਹੇ ਸਨ। ਉਹਨਾਂ ਦੀਆਂ ਅੱਖਾਂ ਇਸ ਗਰੀਬ ਚੂਹੇ ਉੱਤੇ ਲੱਗੀਆਂ ਸਨ। ਮੈਂ ਦੂਰ ਝਾੜੀਆਂ ਵਿੱਚ ਜਾ ਕੇ ਇਸ ਨਿੱਕੇ ਕੈਦੀ ਨੂੰ ਆਜ਼ਾਦ ਕਰ ਦਿੱਤਾ। ਇੱਕ ਦਿਨ ਬੁੱਢੀ ਸੁਰਤੀ ਦੌੜਦੀ ਮੇਰੇ ਕਮਰੇ ਵਿੱਚ ਆਈ ਤੇ ਅੰਗਰੇਜ਼ੀ ਵਿੱਚ ਮਿਆਂਕੀ, ਮੇਮ ਸਾਹਿਬ, चूहा केक ते किताबां खा गया, वेरी बैड, हम लाइक नहीं करता चूहे लोग को। जिन्नी स्टोर रूम विच गई उसने चीख मारी। मैं दौड़ के गया। उस आख्या, देख चूहे ने मेरे म्यूजिक दियां किताबां कुतर दित्तियां हन। मैं गत्ते दे बक्शे नूं खोलिया जिस विच चेखोव दे ड्रामे, कहानियां ते अपने जरूरी कागजात रखे हुए सन। इन्हां विच निक्कियां निक्कियां कालियां मींगणां खिंडियां पईयां सन। मैं किताबां नूं कढ के झाड़ना शुरू कीता। देखिया चूहिਆਂ ने मेरा पासपोर्ट कुतर दिता सी, साडी शादी दा सर्टिफिकेट ते चेखोव दे ड्रामे ते कहानियां। पर उन्हां ने प्रीत लड़ी अते भारती प्रचार दे रसालिਆਂ ਨੂੰ नहीं सी टुक्या। मैं थोड़ा जिहा मुस्कुराया। चूहिਆਂ ਨੂੰ भी ਸਾਹਿਤ ਦੀ परख है। मैं इस अजीब वाਕਿਆ ਦੀ एक डॉक्टर नाल गल कीती जो मेरा दोस्त सी। ਉਹ हस्या। चूहे सिर्फ उन्हां किताबां नूं टुक गए जिन्हां उत्ते शायद तुहाडीआं ਉਂਗਲਾਂ ਦੇ थिंद ਦੇ निशान सन। जिन्नी म्यूजिक ਦੀ प्रैक्टिस करती, हिंदुस्तानी खाने बनाउण ਦੀਆਂ तरकीबां अपनी कापी विच नोट कर लैंदी। केक ते नान बनाउण विच समां गुजारदी ते किताबां पढ़दी। उसने कपड़े, चांदी ते सोने दे निक्के जेवर, चिट्ठियां ते बचपन दे निक्के तोहफे ते यादगारां साम के रखियां होईयां सन। एक दिन उसने गत्ते दा निक्का बक्सा खोलिया जिस विच घोगे, सिप्पियां, मूंगे, बचपन दे फोटोग्राफ ते यादां सन।
ਉਸਨੇ ਇੱਕ ਐਲਬਮ ਖੋਲ੍ਹਿਆ ਤੇ ਬੋਲੀ, ਦੇਖ ਇਹ ਤਿਤਲੀ ਦੇ ਖੰਭ ਹਨ, ਕਿੰਨੇ ਰੰਗਲੇ ਤੇ ਸੋਹਣੇ, ਕੁਦਰਤ ਦਾ ਬਾਤੀਕ ਨਮੂਨਾ। ਮੈਂ ਉਸਦੇ ਕੀਮਤੀ ਖਜ਼ਾਨੇ ਨੂੰ ਦੇਖਿਆ। ਫੁੱਲਾਂ ਦੀਆਂ ਰੇਸ਼ਮੀ ਪੱਤੀਆਂ ਜਿਨ੍ਹਾਂ ਵਿੱਚ ਪੀਲੇ ਚੱਕਰ ਸਨ, ਚਮਕੀਲੇ ਜਮਰੂਦ, ਖੰਭਾਂ ਉੱਤੇ ਕਾਲੀਆਂ ਧਾਰੀਆਂ, ਸੁੱਕੇ ਤਾਂਬੇ ਰੰਗੇ ਪੱਤੇ, ਬਰੀਕ ਰੰਗਾਂ ਦੀਆਂ ਲਾਲ ਤੇ ਨੀਲੀਆਂ ਹਰੀਆਂ ਲੀਕਾਂ, ਸੁਨਹਿਰੀ ਜਾਲੇ, ਅਜੀਬੋ ਗਰੀਬ ਲਹਿਰੀਏ। ਕੁਦਰਤ ਦਾ ਭੇਦ ਭਰਿਆ ਰੰਗ, ਜਾਦੂ ਤੇ ਸੁੰਦਰ ਰੂਪ। ਉਸਨੇ ਸਿਆਟਲ ਵਿੱਚ ਆਪਣੇ ਬਾਗ ਵਿੱਚੋਂ ਬਚਪਨ ਵਿੱਚ ਇਹਨਾਂ ਚੀਜ਼ਾਂ ਨੂੰ ਇਕੱਠਾ ਕੀਤਾ ਸੀ। ਚਾਹ, ਝੀਲ ਤੇ ਕੰਢੇ ਘੁੰਮਦੇ ਹੋਏ, ਬੇਵਰਿਜ ਟਾਪੂ ਉੱਤੇ ਖੇਡਦੇ ਹੋਏ। ਮੈਂ ਇਹਨਾਂ ਸੁਗਾਤਾਂ ਨੂੰ ਦੇਖ ਕੇ ਹੈਰਾਨ ਹੋਇਆ। ਸੋਚਣ ਲੱਗਿਆ ਕਿ ਜਿੰਨੀ ਨੇ ਕਿੰਨੀ ਮਿਹਨਤ ਤੇ ਸੰਤੋਖ ਨਾਲ ਇਹਨਾਂ ਚੀਜ਼ਾਂ ਨੂੰ ਇਕੱਠਾ ਕੀਤਾ ਸੀ। ਕਿਸ ਤਰ੍ਹਾਂ ਉਹ ਇਹਨਾਂ ਡੱਬਿਆਂ ਵਿੱਚ ਆਪਣੇ ਬਚਪਨ ਨੂੰ ਸਾਂਭੀ ਨਾਲ ਲੈ ਕੇ ਆਈ ਸੀ। ਯਕਦਮ ਉਸਨੇ ਮੇਰੇ ਵੱਲ ਦੇਖਿਆ ਤੇ ਆਖਣ ਲੱਗੀ, ਤੈਨੂੰ ਫੁੱਲਾਂ ਨਾਲ ਕੋਈ ਦਿਲਚਸਪੀ ਨਹੀਂ? ਨਹੀਂ, ਮੈਨੂੰ ਹੈ। ਉਸਨੇ ਇੱਕ ਵੱਡੇ ਨੀਲੇ ਫੁੱਲ ਨੂੰ ਚੁੱਕ ਕੇ ਪੁੱਛਿਆ, ਦੱਸ ਇਹ ਫੁੱਲ ਦਾ ਨਾਂ? ਮੈਂ ਉਸਦਾ ਫੁੱਲ ਦਾ ਨਾਂ ਨਹੀਂ ਸੀ ਮੈਂ ਇਸ ਫੁੱਲ ਦਾ ਨਾਂ ਨਹੀਂ ਸੀ ਆਉਂਦਾ। ਦਰਅਸਲ ਮੈਨੂੰ ਸਿਵਾਏ ਗੇਂਦੇ ਤੇ ਗੁਲਾਬ ਦੇ ਫੁੱਲ ਤੋਂ ਕਿਸੇ ਹੋਰ ਫੁੱਲ ਦੀ ਘੱਟ ਹੀ ਪਛਾਣ ਸੀ। ਮੈਂ ਬਠਿੰਡੇ ਦੇ ਰੇਤਲੇ ਟਿੱਬਿਆਂ ਵਿੱਚ ਜੰਮਿਆ ਸਾਂ। ਰੇਤੇ ਦੀਆਂ ਕਿਸਮਾਂ ਗਿਣਾ ਸਕਦਾ ਸਾਂ, ਫੁੱਲਾਂ ਦੀਆਂ ਨਹੀਂ। ਪੰਜਾਬ ਯੂਨੀਵਰਸਿਟੀ ਕੈਂਪਸ ਬਹੁਤ ਨਵਾਂ ਤੇ ਸੱਜਰਾ ਸੀ। ਇਸ ਦੇ ਘਾਹ ਦੇ ਲਾਨ, ਖੇਡ ਦੇ ਮੈਦਾਨ ਤੇ ਬਿਲਡਿੰਗਾਂ ਦੀ ਬੜੀ ਸੂਝ ਨਾਲ ਤਰਤੀਬ ਹੋਈ ਸੀ। ਸਭ ਤੋਂ ਮੋਟੀ ਅਤੇ ਵੱਡੀ ਬਿਲਡਿੰਗ ਸੀ ਰਜਿਸਟਰਾਰ ਦਾ ਦਫ਼ਤਰ, 4 ਮੰਜ਼ਲਾਂ ਉੱਤੇ ਸੀਮੈਂਟ ਦਾ ਦਿਓ। ਇਸ ਤੋਂ ਸਰੋਂਦੀ ਨਰਮ ਸੁਭਾਅ ਦੀ ਗਾਂਧੀ ਭਵਨ, ਜੋ ਆਪਣੇ ਪਾਣੀ ਦੇ ਇੱਕ ਤਲਾਅ ਦੇ ਖੂੰਜੇ ਵਿੱਚ ਸ਼ਾਂਤਮਈ ਬੈਠਾ ਸੀ। ਇਸ ਭਵਨ ਦੇ ਉੱਤੇ ਇੱਕ ਲਿਸ਼ਕਵਾਂ ਖੰਭ ਸੀ, ਜਿਵੇਂ ਕੋਈ ਚਾਂਦੀ ਚਿੱਟਾ ਪੰਛੀ ਉਡਾਰੀ ਮਾਰ ਰਿਹਾ ਹੋਵੇ। ਪ੍ਰਤੀਕ ਦੇ ਤੌਰ ਤੇ ਇਹ ਮਨੁੱਖੀ ਆਤਮਾ ਦੀ ਉਡਾਰੀ ਸੀ। ਜਦੋਂ ਭਾਰਤ ਦੀ ਪਾਕਿਸਤਾਨ ਨਾਲ ਜੰਗ ਛਿੜੀ ਤਾਂ ਇਸ ਖੰਭ ਨੂੰ ਕਾਲਾ ਕਰ ਦਿੱਤਾ ਗਿਆ, ਤਾਂ ਕਿ ਦੁਸ਼ਮਣ ਦੇ ਹਵਾਈ ਜਹਾਜ਼ ਚਮਕਦੇ ਹੋਏ ਖੰਭ ਨੂੰ ਦੇਖ ਕੇ ਰਾਤ ਨੂੰ ਬੰਬ ਨਾ ਮਾਰਨ। ਜੰਗ ਮੁੱਕ ਗਈ, ਪਰ ਇਹ ਖੰਭ ਉਸੇ ਤਰ੍ਹਾਂ ਕਾਲਾ ਹੀ ਰਿਹਾ, ਜਿਵੇਂ ਕੋਈ ਕਾਲਾ ਕੁਹਾੜਾ ਆਕਾਸ਼ ਨੂੰ ਕੱਟ ਰਿਹਾ ਹੋਵੇ। ਮੈਨੂੰ ਪੰਜਾਬੀ ਵਿੱਚ ਬਹੁਤ ਛੇਤੀ ਸ਼ੋਹਰਤ ਮਿਲ ਗਈ। ਪਹਿਲਾ ਨਾਟਕ ਲੋਹਾ ਕੁੱਟ ਲਿਖਿਆ ਸੀ। ਮੈਨੂੰ ਉਸ ਵੇਲੇ ਇਹ ਨਹੀਂ ਸੀ ਪਤਾ ਕਿ ਮੋਹਨ ਸਿੰਘ ਕੋਈ ਵੱਡਾ ਸ਼ਾਇਰ ਸੀ। ਮੈਂ ਆਈ.ਸੀ. ਨੰਦਾ ਦਾ ਕੋਈ ਨਾਟਕ ਨਹੀਂ ਸੀ ਪੜ੍ਹਿਆ, ਨਾ ਹੀ ਭਾਈ ਵੀਰ ਸਿੰਘ ਦੀ ਕੋਈ ਕਵਿਤਾ ਸੁਣੀ ਸੀ। ਮੈਨੂੰ ਗੁਰਮੁਖੀ ਲਿਪੀ ਨਹੀਂ ਸੀ ਆਉਂਦੀ। ਮੈਂ ਪੰਜਾਬੀ ਵਿੱਚ ਪੂਰੀ ਤਰ੍ਹਾਂ ਅਨਪੜ੍ਹ ਸੀ। ਲੋਹਾ ਕੁੱਟ ਲਿਖਣ ਲੱਗਿਆਂ ਨਾਟ ਪੱਧਰ ਦਾ ਉੱਕਾ ਵੀ ਨਹੀਂ ਸੀ ਪਤਾ। ਮੈਂ ਪੰਜਾਬੀ ਵਿੱਚ ਨਹੀਂ ਸੀ ਲਿਖਣਾ ਚਾਹੁੰਦਾ। ਮੇਰਾ ਖਾਬ ਸੀ ਮੈਂ ਲੰਡਨ ਜਾ ਕੇ ਉੱਥੋਂ ਦੀਆਂ ਗਲੀਆਂ 'ਚ ਘੁੰਮਾਂ ਫਿਰਾਂ ਤੇ ਆਪਣੀ ਅੰਗਰੇਜ਼ੀ ਜ਼ਬਾਨ ਨੂੰ ਪੱਕਾ ਕਰਕੇ ਅੰਗਰੇਜ਼ੀ ਵਿੱਚ ਲਿਖਾਂ। ਦੂਜੀ ਵੱਡੀ ਜੰਗ ਲੱਗੀ ਹੋਈ ਸੀ। ਮੈਂ ਬਾਹਰ ਨਾ ਜਾ ਸਕਿਆ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਭਵਿੱਖ ਬਾਰੇ ਫੈਸਲਾ ਕਰਦਾ, ਪੰਜਾਬੀ ਆਲੋਚਕਾਂ ਤੇ ਪਰਚਿਆਂ ਨੇ ਮੇਰੇ ਭਵਿੱਖ ਦਾ ਫੈਸਲਾ ਕਰ ਦਿੱਤਾ। 1944 ਵਿੱਚ ਹੀ ਇਤਨੀ ਤਾਰੀਫ ਮਿਲ ਗਈ ਕਿ ਮੈਂ ਤਾਰੀਫ ਦੇ ਭੰਬਰ ਵਿੱਚ ਘਿਰਿਆ ਪੰਜਾਬੀ ਵਿੱਚ ਪੜ੍ਹਨ ਲਿਖਣ ਲੱਗ ਪਿਆ। ਮੋਹਨ ਸਿੰਘ ਨੇ ਮੇਰੇ ਨਾਟਕਾਂ ਦੇ ਪੈਸੇ ਪੇਸ਼ਗੀ ਦਿੱਤੇ। ਥੋੜੇ ਸਾਲਾਂ ਵਿੱਚ ਹੀ ਮੇਰੇ ਪੰਜਾਬੀ ਨਾਟਕ ਤੇ ਕਹਾਣੀਆਂ ਤੋਂ ਰੁਪਏ ਆਉਣ ਲੱਗ ਪਏ। ਹੁਣ ਮੈਂ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਨਾਟਕ ਦਾ ਪ੍ਰੋਫੈਸਰ ਬਣ ਕੇ ਆਇਆ ਤੇ ਮੁੰਡੇ ਤੇ ਅਧਿਆਪਕ ਦੂਰੋਂ ਮੇਰੇ ਵੱਲ ਇਸ਼ਾਰੇ ਕਰਕੇ ਇੱਕ ਦੂਜੇ ਨੂੰ ਆਖਦੇ, ਉਹ ਗਾਰਗੀ ਜਾ ਰਿਹਾ। ਥੋੜੇ ਹੀ ਮਹੀਨਿਆਂ ਵਿੱਚ ਮੈਂ ਯੂਨੀਵਰਸਿਟੀ ਕੈਂਪਸ ਦਾ ਹਿੱਸਾ ਬਣ ਗਿਆ। ਜਿਵੇਂ ਇਸ ਦੇ ਸਫੈਦੇ ਤੇ ਦਰਖਤ, ਮੈਂ ਇਸ ਮਾਹੌਲ ਦਾ, ਬਿਲਡਿੰਗਾਂ ਦਾ, ਖੰਭਿਆਂ ਦਾ ਹਿੱਸਾ ਬਣ ਗਿਆ ਤੇ ਇਹਨਾਂ ਵਿੱਚ ਹੀ ਰਲ ਗਿਆ। ਯੂਨੀਵਰਸਿਟੀ ਦੇ ਐਮਏ ਵਿੱਚ ਉਹ ਮੇਰੇ ਨਾਟਕਾਂ ਨੂੰ ਪੜ੍ਹਾਉਂਦੇ ਸਨ। ਅਧਿਆਪਕਾਂ ਤੇ ਵਿਦਿਆਰਥੀ ਮੇਰੇ ਨਾਟਕ ਉੱਤੇ ਬਹਿਸ ਕਰਦੇ ਤੇ PhD ਦੀ ਥੀਸਿਸ 'ਚ ਇਹਨਾਂ ਦੇ ਲੱਛਣ ਤੇ ਖੂਬਸੂਰਤੀ ਨੂੰ ਸ਼ਿੱਦਤ ਨਾਲ ਬਿਆਨ ਕਰਦੇ। ਪਰ ਉਹ ਮੇਰੇ
ਬਾਰੇ ਬਹਿਸ ਨਹੀਂ ਸੀ ਕਰ ਰਹੇ ਹੁੰਦੇ। ਮੈਂ ਛੋਟੇ ਕੱਦ ਦਾ ਲਾਪਰਵਾਹ, ਉਲਝੇ ਅਤੇ ਉੱਡੇ ਵਾਲਾਂ ਵਾਲਾ ਗਾਰਗੀ ਕੋਈ ਹੋਰ ਜਾਣਾ ਸੀ। ਉਹ ਉਸ ਗਾਰਗੀ ਬਾਰੇ ਬਹਿਸ ਕਰ ਰਹੇ ਸਨ ਜੋ ਅਖਬਾਰਾਂ ਵਿੱਚ ਛਪਦਾ ਸੀ, ਜਿਸ ਦੀਆਂ ਤਸਵੀਰਾਂ ਰਸਾਲਿਆਂ ਵਿੱਚ ਨਿਕਲਦੀਆਂ ਸਨ, ਜੋ ਬੰਬਈ, ਨਿਊਯਾਰਕ ਤੇ ਦਿੱਲੀ ਦੀਆਂ ਮਹਿਫਲਾਂ ਵਿੱਚ ਚਮਕਦਾ ਸੀ। ਕੈਂਪਸ ਤੇ ਮੈਂ ਉਹਨਾਂ ਨੂੰ ਨਕਲੀ ਗਾਰਗੀ ਜਾਪਦਾ ਸਾਂ। ਮੈਂ ਆਪਣੇ ਆਪ ਨੂੰ ਦੇਖਿਆ, ਆਪਣੇ ਨਾਂ ਤੋਂ ਵੱਖਰਾ ਹੋ ਕੇ, ਗਾਰਗੀ ਦੀ ਮਿਥਿਹਾਸਕ ਹੋਂਦ ਤੇ ਆਪਣੇ ਆਪ ਨੂੰ ਨਖੇੜ ਕੇ। ਮੈਂ ਆਪਣੇ ਆਪ ਨੂੰ ਹੀ ਓਪਰਾ ਲੱਗਿਆ। ਮੇਰੇ ਅਸਤਿਤਵ ਤੋਂ ਮੇਰੀ ਜਿਉਂਦੀ ਜਾਗਦੀ ਹੋਂਦ ਵੱਖਰੀ ਸੀ। ਮੈਨੂੰ ਲੱਗਿਆ ਜਿਵੇਂ ਮੈਂ ਗਵਾਚ ਗਿਆ ਹੋਵਾਂ, ਜਿਵੇਂ ਗਾਰਗੀ ਰੁਲ ਗਿਆ ਹੋਵੇ। ਕੈਂਪਸ ਵਿੱਚ ਢਾਬੇ ਤੇ ਰੋਟੀ ਖਾਂਦੇ, ਧੁੱਪ ਵਿੱਚ ਤੁਰਦੇ, ਡਾਕਖਾਨੇ ਦੀ ਖਿੜਕੀ ਸਾਹਮਣੇ ਲੰਮੀ ਕਤਾਰ ਵਿੱਚ ਖੜੇ ਤੇ ਵਾਈਸ ਚਾਂਸਲਰ ਦੇ ਕਮਰੇ ਦੇ ਬਾਹਰ ਬੈਠੇ ਉਸ ਨੂੰ ਮਿਲਣ ਲਈ ਉਡੀਕਦੇ ਹੋਏ ਮੇਰੀ ਆਪ ਮਰ ਗਈ ਹੋਵੇ। ਨਵਾਂ ਵਾਈਸ ਚਾਂਸਲਰ R.C. ਪਾਲ ਸੀ। ਉਹ ਜਵਾਨੀ ਵਿੱਚ ਪਹਿਲਵਾਨ ਰਿਹਾ, ਕਸਰਤ ਕਰਦਾ ਤੇ ਮੁਦਗਰ ਫੇਰਦਾ। ਨਿੱਕੀਆਂ ਨਿੱਕੀਆਂ ਤਰਾਸਦੀਆਂ ਮੁੱਛਾਂ ਤੇ ਉੱਚਾ ਲੰਮਾ ਕੱਦ। ਸ਼ਕਲ ਤੋਂ ਫੌਜੀ ਬਲੋਚ ਲੱਗਦਾ ਸੀ, ਪਰ ਉਹ ਅਸਲ ਵਿੱਚ ਨਰਮ ਸੁਭਾਅ ਵਿੱਚ ਹੀ ਗਿਣਿਆ ਜਾਂਦਾ। ਉਹ ਪੰਜਾਬ ਯੂਨੀਵਰਸਿਟੀ ਦੇ ਕੈਮਿਸਟਰੀ ਡਿਪਾਰਟਮੈਂਟ ਵਿੱਚ ਭਰਤੀ ਹੋਇਆ ਤੇ ਹੌਲੀ-ਹੌਲੀ ਤਰੱਕੀ ਕਰਦਾ ਪ੍ਰੋਫੈਸਰ ਬਣ ਗਿਆ ਤੇ ਫਿਰ ਵਾਈਸ ਚਾਂਸਲਰ। ਜਦੋਂ ਬੱਚਾ ਸੀ ਤਾਂ ਉਸ ਦੀ ਮਾਂ ਉਸ ਨੂੰ ਸੁੱਖਾ ਮੰਗ ਲਿਆ ਸੀ। ਪਿੰਡ ਦੇ ਟੋਬੇ ਵਿੱਚ ਆਟੇ ਦੀਆਂ 1.25 ਲੱਖ ਗੋਲੀਆਂ ਮੱਛੀਆਂ ਨੂੰ ਪਾਈਆਂ ਤੇ ਹੋਰ ਗੋਲੀ ਸੁੱਟਣ ਵੇਲੇ ਉਹ ਰਾਮ ਦਾ ਨਾਂ ਜਪਦੀ ਤਾਂ ਕਿ ਉਸ ਦੇ ਪੁੱਤ ਦੇ ਹੱਥੋਂ ਕਿਸੇ ਦਾ ਬੁਰਾ ਨਾ ਹੋਵੇ। ਵਾਈਸ ਚਾਂਸਲਰ ਬਣ ਕੇ ਡਾਕਟਰ ਪਾਲ ਦੀ ਇਹ ਦਿਲੀ ਖੁਆਇਸ਼ ਸੀ ਕਿ ਉਹ ਸਭ ਨੂੰ ਖੁਸ਼ ਰੱਖੇ। ਉਹ ਅਕਸਰ ਮੁਸਕਰਾਉਂਦਾ ਰਹਿੰਦਾ ਤੇ ਹੱਥ ਮਲਦਾ, ਹਰ ਦੋਸਤ ਤੇ ਸਵਾਲੀ ਦੀ ਹਰ ਗੱਲ ਮੰਨਦਾ, ਪਰ ਥੋੜੇ ਚਿਰ ਪਿੱਛੋਂ ਉਸ ਦਾ ਮਨ ਫਿਰ ਜਾਂਦਾ। ਅਖੀਰੀ ਉਹ ਵੀ ਫੈਸਲਾ ਕਰਦਾ ਕਿ ਉਹ ਕਿਸੇ ਨੂੰ ਨਹੀਂ ਸੀ ਪਤਾ ਹੁੰਦਾ। ਇੱਕ ਵਾਰ ਮੈਂ ਆਪਣੇ ਡਿਪਾਰਟਮੈਂਟ ਵਿੱਚ ਖੇਡੇ ਜਾ ਰਹੇ ਨਾਟਕ ਐਤੀਗਨੀ ਦੇਖਣ ਲਈ ਬੇਨਤੀ ਕੀਤੀ। ਉਹ ਖੁਸ਼ੀ ਨਾਲ ਹੱਥ ਮਲਦਾ ਹੋਇਆ ਮੁਸਕਰਾਇਆ ਤੇ ਆਖਿਆ, ਮੈਂ ਨਾਟਕ ਦੇਖਿਆ ਹੈ ਯੂਰਪ ਵਿੱਚ, ਬਹੁਤ ਵਧੀਆ ਨਾਟਕ ਹੈ। ਇੱਕ ਬਾਦਸ਼ਾਹ ਆਪਣੀਆਂ ਅੱਖਾਂ ਅੰਨੀਆਂ ਕਰ ਲੈਂਦਾ ਹੈ ਤੇ ਆਪਣੀ ਮਾਂ ਨਾਲ ਵਿਆਹ ਕਰ ਲੈਂਦਾ ਹੈ। ਮੈਂ ਆਵਾਂਗਾ ਤੇਰੀ ਪ੍ਰੋਡਕਸ਼ਨ ਦੇਖਣ। ਉਹ ਐਤੀਗਨੀ ਦੀ ਟ੍ਰੈਜਿਕ ਹੀਰੋਇਨ ਨੂੰ ਰਾਜਾ ਈਡੀਪਸ ਸਮਝ ਰਿਹਾ ਸੀ। ਯੂਨੀਵਰਸਿਟੀ ਦੀ ਸਿੰਡੀਕੇਟ ਦੇ ਬਹੁਤੇ ਮੈਂਬਰ ਦਰਬਾਰੀ ਸਨ, ਰਾਜੇ ਦੇ ਸਲਾਹਕਾਰ। ਹਰ ਕੋਈ ਵਾਈਸ ਚਾਂਸਲਰ ਤੋਂ ਕਿਸੇ ਮਦਦ ਜਾਂ ਮਿਹਰਬਾਨੀ ਦਾ ਜਾਚਕ ਸੀ, ਪਰ ਇੱਕ ਨੇ ਕਿਸੇ ਸਵਾਲ ਲਈ ਹੱਥ ਅੱਡ ਰੱਖਿਆ ਸੀ। ਹਰ ਕੋਈ ਸੋਚਦਾ, ਮੈਨੂੰ ਕੀ ਲੋੜ ਹੈ ਵਾਈਸ ਚਾਂਸਲਰ ਦੀ ਰਾਏ ਦੇ ਖਿਲਾਫ ਬੋਲਣ ਦੀ, ਮੈਂ ਕਿਉਂ ਉਸ ਨੂੰ ਨਾਰਾਜ਼ ਕਰਾਂ। ਹਰੇਕ ਮੈਂਬਰ ਕਿਸੇ ਵੀ ਨਵੀਂ ਮੈਂਬਰੀ ਤੇ ਕਿਸੇ ਨਵੀਂ ਕਮੇਟੀ ਜਾਂ ਕਿਸੇ ਨਿੱਕੇ ਮੋਟੇ ਰੁਤਬੇ ਲਈ ਤਾਂਘਦਾ, ਭਾਵੇਂ ਉਹ 93 ਸਾਲ ਦਾ ਹੋ ਗਿਆ ਹੋਵੇ। 4 ਪ੍ਰੋਫੈਸਰਾਂ ਤੇ ਡੀਨ ਆਫ ਯੂਨੀਵਰਸਿਟੀ ਦੀ ਕਮੇਟੀ ਦੀ ਇੱਕ ਮੀਟਿੰਗ ਸੀ, ਜਿਸ ਵਿੱਚ ਇਹ ਫੈਸਲਾ ਕਰਨਾ ਸੀ ਕਿ ਟੈਗੋਰ ਚੇਅਰ ਵਾਸਤੇ 10 ਲੈਕਚਰ ਦੇਣ ਲਈ ਕਿਸ ਵੱਡੀ ਪ੍ਰਤਿਭਾ ਵਾਲੇ ਬੰਦੇ ਨੂੰ ਬੁਲਾਇਆ ਜਾਵੇ। ਇਨ੍ਹਾਂ ਲੈਕਚਰਾਂ ਲਈ ਯੂਨੀਵਰਸਿਟੀ ਨੇ 10,000 ਰੁਪਏ ਸੇਵਾ ਫਲ ਦੇਣੇ ਸਨ। 3 ਨਾਂ ਪੇਸ਼ ਹੋਏ। ਇਨ੍ਹਾਂ ਵਿੱਚੋਂ ਇੱਕ ਨਾਂ ਸਤਿਆਜੀਤ ਰੇ ਦਾ ਸੀ। ਡੀਨ, ਜੋ ਫੁਕਰਾ ਪ੍ਰੋਫੈਸਰ ਤੇ ਬਿਜ਼ਨਸ ਮੈਨੇਜਮੈਂਟ ਦਾ ਮਾਹਿਰ ਸੀ, ਆਖਣ ਲੱਗਾ, ਇਹ ਸਤਿਆਜੀਤ ਰੇ ਕਿੰਨਾ ਕੁ ਪੜ੍ਹਿਆ ਹੋਇਆ, ਕਿੰਨੀ ਕੁ ਕੁਆਲੀਫਿਕੇਸ਼ਨ ਹੈ ਉਸਦੀ। ਡਾਕਟਰ B.N. ਗੋਂਬਾ ਸੀ, ਜੋ ਲਲਿਤ ਕਲਾ ਦਾ ਸੂਝਵਾਨ ਪ੍ਰੋਫੈਸਰ ਸੀ, ਬੋਲਿਆ, ਉਸ ਦੀ ਕੁਆਲੀਫਿਕੇਸ਼ਨ ਇਹ ਹੈ ਕਿ ਉਸ ਦਾ ਨਾਂ ਸਤਿਆਜੀਤ ਰੇ ਹੈ। ਪਰ ਸਰਟੀਫਿਕੇਟਾਂ ਦੇ ਆਸ਼ਕ ਡੀਨ ਨੇ ਫਿਰ ਸਤਿਆਜੀਤ ਰੇ ਦੀਆਂ ਪ੍ਰਾਪਤੀਆਂ ਦੀ ਲਿਸਟ ਮੰਗੀ। ਇਹ ਵੀ ਆਖਿਆ ਕਿ ਕਮੇਟੀ ਨੂੰ ਚਾਹੀਦਾ ਹੈ ਕਿ ਸਤਿਆਜੀਤ ਰੇ ਨੂੰ ਚਿੱਠੀ ਲਿਖ ਕੇ
ਉਸ ਦੇ ਕੋਈ ਲੇਖ ਮੰਗਵਾਏ ਤਾਂ ਜੋ ਉਸ ਦੀ ਲਿਆਕਤ ਦਾ ਅੰਦਾਜ਼ਾ ਲਾਇਆ ਜਾ ਸਕੇ। ਜੇ ਮੈਂ ਇਸ ਕਮੇਟੀ ਵਿੱਚ ਬੈਠਾ ਨਾ ਹੁੰਦਾ ਤਾਂ ਕਦੇ ਯਕੀਨ ਨਾ ਕਰਦਾ ਕਿ ਯੂਨੀਵਰਸਿਟੀ ਵਿੱਚ ਅਜਿਹੇ ਮੂੜ ਮਤ ਅੜਬ ਤੇ ਜਾਹਿਲ 30 ਮਾਰਖਾਂ ਵੀ ਬੈਠੇ ਹਨ। ਉਹ ਨਾਵਾਂ ਦੀ ਲਿਸਟ ਵਾਈਸ ਚਾਂਸਲਰ ਕੋਲ ਲੈ ਕੇ ਗਿਆ। ਆਖਿਰ ਉਹਨਾਂ ਨੇ ਵੀ ਬਹੁਤ ਸੋਚ ਵਿਚਾਰ ਕੇ ਚਿੱਟੀ ਦਾੜੀ ਵਾਲੇ ਡਾਕਟਰ ਮੋਹਨ ਸਿੰਘ ਦੀਵਾਨਾ ਨੂੰ ਇਸ ਆਦਰ ਲਈ ਚੁਣਿਆ, ਜੋ ਯੂਨੀਵਰਸਿਟੀ ਦੇ ਗਵਾਂਢ ਵਿੱਚ ਹੀ 15 ਸੈਕਟਰ ਵਿੱਚ ਰਹਿੰਦਾ ਸੀ। ਸੱਤਿਆਜੀਤ ਰੇ ਦਾ ਨਾਂ ਨਾਮਨਜ਼ੂਰ ਹੋਇਆ। ਧੰਨਵਾਦ।